subscribe this channel. ਅੱਜ ਦਾ ਆਪਣਾ ਟੌਪਿਕ ਹੈਗਾ ਪਿਗ। ਠੀਕ ਹੈ, ਪਿਗ ਦੇ ਵਿੱਚ ਕੀ ਹੈ, ਪਿਗ ਨੂੰ ਅਪਾਚੇ ਪਿਗ ਦੇ ਨਾਮ ਤੇ ਵੀ ਜਾਣਿਆ ਜਾਂਦਾ ਹੈ। ਠੀਕ ਹੈ, ਪਿਗ ਇੱਕ ਹਾਈ ਲੈਵਲ ਪਲੇਟਫਾਰਮ ਹੈ ਜਾਂ ਆਪਾਂ ਟੂਲ ਕਹਿ ਸਕਦੇ ਹਾਂ, ਜਿਹੜੀ ਯੂਜ਼ ਹੁੰਦੀ ਹੈ ਪ੍ਰੋਸੈਸ ਕਰਨ ਲਈ ਲਾਰਜ ਡੇਟਾ ਸੈਟਸ। ਠੀਕ ਹੈ, ਜਿਹੜੇ ਲਾਰਜ ਡੇਟਾ ਸੈਟਸ ਹੁੰਦੇ ਉਹਨਾਂ ਨੂੰ ਪ੍ਰੋਸੈਸ ਕਰਨ ਲਈ, ਉਹਨਾਂ ਨੂੰ ਚਲਾਉਣ ਲਈ ਇਹ ਇੱਕ ਹਾਈ ਲੈਵਲ ਪਲੇਟਫਾਰਮ ਹੈ ਜਿਹਨੂੰ ਕਿਹਾ ਜਾਂਦਾ ਪਿਗ। ਠੀਕ ਹੈ, ਇਟ ਪ੍ਰੋਵਾਈਡਸ ਅ ਹਾਈ ਲੈਵਲ ਆਫ ਅਬਸਟਰੈਕਸ਼ਨ ਔਰ ਫॉर ਪ੍ਰੋਸੈਸਿੰਗ ਓਵਰ ਦਾ ਮੈਪ ਰਿਡਿਊਸ। ਠੀਕ ਹੈ, ਇਹ ਮੈਪ ਰਿਡਿਊਸ ਆਪਾਂ ਲਾਸਟ ਟਾਈਮ ਪੜ੍ਹਿਆ ਸੀ। ਠੀਕ ਹੈ, ਉਹਦੇ ਵਿੱਚ ਉਹਦੀ ਪ੍ਰੋਸੈਸਿੰਗ ਵਾਸਤੇ ਯੂਜ਼ ਹੁੰਦਾ। ਠੀਕ ਹੈ, ਇਹ ਇੱਕ ਹਾਈ ਲੈਵਲ ਸਕ੍ਰਿਪਟਿੰਗ ਲੈਂਗੁਏਜ ਹੈ ਜਿਹੜੀ ਉਹ ਪ੍ਰੋਵਾਈਡ ਕਰਾਉਂਦਾ, ਜਿਹਨੂੰ ਪਿਗ ਲੈਟਿਨ ਨਾਮ ਨਾਲ ਵੀ ਜਾਣਿਆ ਜਾਂਦਾ। ਠੀਕ ਹੈ, ਕਿਹੜੇ ਨਾਮ ਨਾਲ ਜਾਣਿਆ ਜਾਂਦਾ? ਜਿਹਨੂੰ ਪਿਗ ਲੈਟਿਨ। ਠੀਕ ਹੈ, ਜਿਹੜੀ ਯੂਜ਼ਡ ਹੁੰਦੀ ਹੈ ਡਿਵੈਲਪ ਦਾ ਡੇਟਾ ਐਨਾਲਿਸਿਸ ਕੋਡਸ। ਠੀਕ ਹੈ, ਜਿਹੜੇ ਡੇਟਾ ਦੇ ਐਨਾਲਿਸਿਸ ਕੋਡਸ ਹੁੰਦੇ ਨੇ ਉਹਨਾਂ ਨੂੰ ਡਿਵੈਲਪ ਕਰਨ ਲਈ ਇਹ ਜਿਹੜੀ ਲੈਂਗੁਏਜ ਆ ਉਹ ਯੂਜ਼ ਕੀਤੀ ਜਾਂਦੀ ਹੈ। ਇਹ ਮਤਲਬ ਕਿ ਉਹ ਡੇਟੇ ਨੂੰ ਪ੍ਰੋਸੈਸ ਕਰਦੀ ਹੈ ਜਿਹੜਾ HDFS ਦੇ ਵਿੱਚ ਜਾ ਕੇ ਸਟੋਰ ਹੁੰਦਾ। ਠੀਕ ਹੈ, ਉਸ ਤੋਂ ਬਾਅਦ ਕੀ ਕੀਤਾ ਜਾਂਦਾ, ਜਿਹੜਾ ਪ੍ਰੋਗਰਾਮਰ ਨੇ ਉਹ ਸਕ੍ਰਿਪਟਸ ਲਿਖਦੇ ਨੇ ਕਿਹੜੀ ਲੈਂਗੁਏਜ ਨੂੰ ਯੂਜ਼ ਕਰਕੇ? ਪਿਗ ਲੈਟਿਨ ਲੈਂਗੁਏਜ ਨੂੰ ਯੂਜ਼ ਕਰਕੇ। ਉਸ ਤੋਂ ਬਾਅਦ ਜਿਹੜਾ ਪਿਗ ਇੰਜਨ ਹੈ ਉਹ ਕੀ ਕਰਦਾ, ਜਿਹੜੀਆਂ ਇਹ ਸਾਰੀਆਂ ਸਕ੍ਰਿਪਟਸ ਹੁੰਦੀਆਂ ਨੇ ਇਹਨਾਂ ਨੂੰ ਕੀ ਕਰ ਦਿੰਦਾ, ਸਪੈਸੀਫਿਕ ਮੈਪ ਔਰ ਰਿਡਿਊਸ ਟਾਸਕ ਦੇ ਵਿੱਚ ਕਨਵਰਟ ਕਰ ਦਿੰਦਾ। ਠੀਕ ਹੈ, ਬਟ ਕਹਿੰਦੇ ਇਹ ਜਿਹੜੀਆਂ ਨੇ ਇਹ ਵਿਜ਼ੀਬਲ ਨਹੀਂ ਹੁੰਦੀਆਂ ਪ੍ਰੋਗਰਾਮਰ ਨੂੰ, ਪ੍ਰੋਵਾਈਡ ਏ ਹਾਈ ਲੈਵਲ ਆਫ ਅਬਸਟਰੈਕਸ਼ਨ ਦੇ ਵਿੱਚ। ਠੀਕ ਹੈ, ਸੋ ਕਹਿੰਦੇ ਜਿਹੜੇ ਪਿਗ ਲੈਟਿਨ ਐਂਡ ਪਿਗ ਇੰਜਨਸ ਨੇ ਉਹ ਟੂ ਮੇਨ ਕੰਪੋਨੈਂਟਸ ਨੇ ਅਪਾਚੇ ਪਿਗ ਟੂਲ ਦੇ, ਜਿਹੜੇ ਸਾਰੇ ਕੰਮ ਨੂੰ ਪ੍ਰੋਸੈਸ ਕਰਦੇ ਨੇ। ਠੀਕ ਹੈ, ਦ ਰਿਜ਼ਲਟ ਆਫ ਪਿਗ ਆਲਵੇਜ਼ ਸਟੋਰਡ ਇਨ ਦਾ HDFS। ਜਿਹੜਾ ਸਾਰਾ ਰਿਜ਼ਲਟ ਹੁੰਦਾ ਪਿਗ ਦਾ ਉਹ ਕਿਹਦੇ 'ਚ ਸਟੋਰ ਹੋ ਜਾਂਦਾ? ਜਾ ਕੇ HDFS ਦੇ ਵਿੱਚ। ਠੀਕ ਹੈ, ਔਰ ਆਪਾਂ ਨੂੰ ਇਹਦੀ ਜ਼ਰੂਰਤ ਕਿਉਂ ਪੈਂਦੀ ਹੈ? ਠੀਕ ਹੈ, ਨੈਕਸਟ ਆਪਣਾ ਹੈਡਿੰਗ ਹੈਗਾ ਨੀਡ ਆਫ ਪਿਗ। ਠੀਕ ਹੈ, ਵੀ ਪਿਗ ਦੀ ਜਿਹੜੀ ਨੀਡ ਹੈ ਉਹ ਆਪਾਂ ਨੂੰ ਕਿਉਂ ਹੁੰਦੀ ਹੈ? ਠੀਕ ਹੈ, ਵਨ ਲਿਮਿਟੇਸ਼ਨ ਆਫ ਮੈਪ ਰਿਡਿਊਸ ਇਜ਼ ਦੈਟ ਦ ਡਿਵੈਲਪਮੈਂਟ ਸਾਈਕਲ ਇਜ਼ ਵੈਰੀ ਲੌਂਗ। ਰਾਈਟਿੰਗ ਦ ਰਿਡਿਊਸਰ ਐਂਡ ਮੈਪਰ, ਕੰਪਾਈਲਿੰਗ, ਪੈਕੇਜਿੰਗ ਦਾ ਕੋਡ, submitting the job and retrieving the output is a time consuming task। ਠੀਕ ਹੈ, ਕਹਿੰਦੇ ਵੀ ਜਦੋਂ ਮੈਪ ਰਿਡਿਊਸ ਡਿਵੈਲਪਮੈਂਟ ਦੇ ਵਿੱਚ ਕੀ ਹੁੰਦਾ, ਨਾਰਮਲੀ ਜਿਹੜੀ ਡਿਵੈਲਪਮੈਂਟ ਸਾਈਕਲ ਹੁੰਦਾ ਉਹ ਬਹੁਤ ਜ਼ਿਆਦਾ ਲੌਂਗ ਹੁੰਦਾ। ਉਹ ਸਭ ਤੋਂ ਪਹਿਲਾਂ ਤਾਂ ਰਾਈਟ ਕਰਨਾ ਪੈਂਦਾ ਰਿਡਿਊਸਰ ਔਰ ਮੈਪਰ ਨੂੰ, ਫਿਰ ਉਸ ਤੋਂ ਬਾਅਦ ਉਹਨੂੰ ਕੰਪਾਈਲ ਕਰਨਾ ਪੈਂਦਾ ਸਾਰੇ ਕੋਡ ਨੂੰ, ਫਿਰ ਸਬਮਿਟ ਕਰਨੀ ਪੈਂਦੀ ਹੈ ਜੋਬ, ਫਿਰ ਆਪਾਂ ਨੂੰ ਆਊਟਪੁੱਟ ਮਿਲਦੀ ਹੈ ਜਿਹੜੀ ਕਿ ਬਹੁਤ ਜ਼ਿਆਦਾ ਟਾਈਮ ਲੈਂਦੀ ਹੈ। ਸੋ ਜਿਹੜਾ ਅਪਾਚੇ ਪਿਗ ਹੈ, ਜਿਹੜਾ ਅਪਾਚੇ ਪਿਗ ਹੈ ਇਹ ਕੀ ਕਰਦਾ, ਇਹ ਰਿਡਿਊਸ ਕਰਦਾ ਟਾਈਮ ਨੂੰ, ਡਿਵੈਲਪਮੈਂਟ ਨੂੰ। ਠੀਕ ਹੈ, ਜਿਹੜਾ ਡਿਵੈਲਪਮੈਂਟ ਦੇ ਉੱਪਰ ਟਾਈਮ ਲੱਗਦਾ ਉਹਨੂੰ ਇਹ ਕੰਟਰੋਲ ਕਰਦਾ ਮਲਟੀ ਕੁਐਰੀ ਅਪਰੋਚ ਦੇ ਨਾਲ। ਠੀਕ ਹੈ, ਇਹ ਬੈਨੀਫੀਸ਼ੀਅਲ ਹੁੰਦਾ ਪ੍ਰੋਗਰਾਮਰਸ ਵਾਸਤੇ, ਜਿਹੜੇ ਮਤਲਬ ਕਿ ਜਿਨ੍ਹਾਂ ਨੂੰ ਜਾਵਾ ਨਹੀਂ ਆਉਂਦੀ ਹੁੰਦੀ। ਠੀਕ ਹੈ, ਜਾਵਾ ਘੱਟ ਜਾਂਦੇ ਉਹਨਾਂ ਵਾਸਤੇ ਵੀ ਬੈਨੀਫੀਸ਼ੀਅਲ ਹੈ, ਵੀ ਇਹ ਆਸਾਨੀ ਨਾਲ ਇਹਦੇ ਨਾਲ ਸਾਰਾ ਜਿਹੜਾ ਕੰਮ ਹੋ ਜਾਂਦਾ ਬਿਨਾਂ ਜਾਵਾ ਲੈਂਗੁਏਜ ਨੂੰ ਜ਼ਿਆਦਾ ਯੂਜ਼ ਕੀਤੇ। ਠੀਕ ਹੈ, ਨੈਕਸਟ ਹੈਗਾ ਵੀ ਐਵੋਲਿਊਸ਼ਨ ਆਫ ਪਿਗ। ਵੀ ਪਿਗ ਮਤਲਬ ਕਿ ਸਟਾਰਟ ਕਦੋਂ ਹੋਈ ਸੀ? ਇਹ 2006 ਦੇ ਵਿੱਚ ਕੀ ਸੀ, ਅਪਾਚੇ ਪਿਗ ਡਿਵੈਲਪ ਕੀਤੀ ਸੀ ਯਾਹੂ ਦੇ ਰਿਸਰਚਰਸ ਨੇ। ਠੀਕ ਹੈ, ਯਾਹੂ ਸਾਈਟ ਹੈ ਨਾ, ਤੁਸੀਂ ਸੁਣੀ ਹੋਏਗੀ, ਉਹਦੇ ਰਿਸਰਚਰਸ ਨੇ ਇਹ ਮਤਲਬ ਕਿ ਡਿਵੈਲਪ ਕੀਤੀ ਸੀ। ਉਦੋਂ ਜਿਹੜਾ ਉਹਨਾਂ ਦਾ ਮੇਨ ਆਈਡੀਆ ਸੀ ਪਿਗ ਨੂੰ ਡਿਵੈਲਪ ਕਰਨ ਦਾ ਉਹ ਕੀ ਸੀ, ਵੀ ਐਗਜ਼ੀਕਿਊਟ ਹੋਣ, ਵੀ ਮੈਪ ਰਿਡਿਊਸ ਜੋਬਸ ਨੇ ਜਿਹੜੀਆਂ ਉਹ ਮਤਲਬ ਕਿ ਜਿਹੜੀਆਂ ਜ਼ਿਆਦਾ ਲਾਰਜ ਡੇਟਾ ਸੈਟਸ ਹੁੰਦੇ ਨੇ ਉਹਨਾਂ ਨੂੰ ਛੇਤੀ ਐਗਜ਼ੀਕਿਊਟ ਕੀਤਾ ਜਾ ਸਕੇ। ਪਰ ਹੌਲੀ ਹੌਲੀ 2007 ਦੇ ਵਿੱਚ ਕੀ ਹੋਇਆ, ਮੂਵ ਹੋਈ ਅਪਾਚੇ ਸੌਫਟਵੇਅਰ ਫਾਊਂਡੇਸ਼ਨ ਦੇ ਨਾਲ। ਠੀਕ ਹੈ, ਜਿਨ੍ਹਾਂ ਨੇ ਇਹਨੂੰ ਕੀ ਕੀਤਾ, ਇੱਕ ਓਪਨ ਸੋਰਸ ਪ੍ਰੋਜੈਕਟ ਬਣਾਤਾ, ਜਿਹਦਾ ਫਸਟ ਵਰਜ਼ਨ ਕਿਹੜਾ ਸੀ 0.1 ਆਇਆ ਸੀ 2008 ਦੇ ਵਿੱਚ। ਠੀਕ ਹੈ, ਹੁਣ ਲੇਟੈਸਟ ਵਰਜ਼ਨ ਸੀ ਜਿਹੜਾ ਲਾਸਟ ਟਾਈਮ ਚੱਲ ਰਿਹਾ ਸੀ 0.18, ਜਿਹੜਾ 2017 ਦੇ ਵਿੱਚ ਆਇਆ ਸੀ। ਠੀਕ ਹੈ, ਇਹਦੇ ਫੀਚਰਸ ਕੀ ਕੀ ਨੇ ਅਪਾਚੇ ਪਿਗ ਦੇ? ਇਹ ਕਹਿੰਦੇ ਵੀ ਜਦੋਂ ਆਪਾਂ ਨੇ ਸੈਵਰਲ ਆਪਰੇਸ਼ਨਸ ਜਿਹੜੇ ਅਪਾਚੇ ਪਿਗ ਦੇ ਨਾਲ ਆਪਾਂ ਨੇ ਪਰਫੋਰਮ ਕਰਨੇ ਹੁੰਦੇ ਨੇ ਤਾਂ ਆਪਾਂ ਨੂੰ ਕਈ ਤਰ੍ਹਾਂ ਦੇ ਜਿਹੜੇ ਓਪਰੇਟਰਸ ਨੇ ਉਹ ਯੂਜ਼ ਕੀਤੇ ਜਾਂਦੇ, ਜਿਵੇਂ ਫਿਲਟਰਸ, ਜੁਆਇਨ, ਸੌਰਟ। ਠੀਕ ਹੈ, ਇਹਨਾਂ ਫਿਲਟਰਸ ਓਪਰੇਟਰਸ ਨੂੰ ਆਪਾਂ ਯੂਜ਼ ਕਰਕੇ ਛੇਤੀ ਆਪਣਾ ਟਾਸਕ ਜਿਹੜਾ ਉਹ ਈਜ਼ੀਲੀ ਹੋ ਜਾਂਦਾ। ਈਜ਼ੀ ਟੂ ਲਰਨ ਹੈ, ਈਜ਼ੀ ਟੂ ਰਾਈਟ ਹੈ, ਈਜ਼ੀ ਟੂ ਰੀਡ ਹੈ। ਠੀਕ ਹੈ, ਇਹਦੇ 'ਚ ਕੀ ਹੈ, Apache Pig is extensible so that you can make your own user defined functions and process। ठीक है, ਆਪਾਂ ਆਪਣੇ यूजर डिफाइंड फंक्शंस ਇਹਦੇ 'ਚ ਯੂਜ਼ ਕਰ ਸਕਦੇ ਹਾਂ, ਉਹਨੂੰ ਪ੍ਰੋਸੈਸ ਕਰ ਸਕਦੇ ਹਾਂ। ਆਪਾਂ ਆਪਰੇਸ਼ਨਸ ਨੂੰ ਈਜ਼ੀਲੀ ਜੁਆਇਨ ਕਰ ਸਕਦੇ ਹਾਂ ਅਪਾਚੇ ਪਿਗ ਦੇ ਨਾਲ। ਬਹੁਤ ਛੋਟਾ ਕੋਡ ਹੁੰਦਾ, ਥੋੜੀਆਂ ਲਾਈਨਾਂ ਦਾ ਕੋਡ ਹੁੰਦਾ ਇਹਦੇ 'ਚ। ਠੀਕ ਹੈ,
ਇਹ ਮਤਲਬ ਕਿ ਸਪਲਿਟਸ ਵੀ ਹੁੰਦੇ ਨੇ ਪਾਈਪਲਾਈਨ ਦੇ ਵਿੱਚ, ਆਪਾਂ ਨੂੰ ਅਲਾਉ ਕਰਦਾ ਸਪਲਿਟਸ ਯੂਜ਼ ਕਰਨ ਲਈ ਪਾਈਪਲਾਈਨ ਦੇ ਵਿੱਚ। ਡੇਟਾ ਸਟਰਕਚਰ ਹੈ ਜਿਹੜਾ ਮਲਟੀ ਵੈਲਿਊਡ ਹੁੰਦਾ, ਨੈਸਟਡ ਹੁੰਦਾ, ਰਿਚਰ ਹੁੰਦਾ, ਠੀਕ ਹੈ। ਪਿਗ ਕੈਨ ਹੈਂਡਲ ਦ ਐਨਾਲਿਸਿਸ ਆਫ ਬੋਥ ਸਟਰਕਚਰਡ ਐਂਡ ਅਨਸਟਰਕਚਰਡ, ਦੋਨੇ ਸਟਰਕਚਰ ਔਰ ਅਨਸਟਰਕਚਰਡ ਡੇਟਾ ਦੋਨਾਂ ਨੂੰ ਇਹ ਯੂਜ਼ ਕਰ ਸਕਦੇ ਆਪਾਂ, ਇਹਦੇ ਵਿੱਚ ਹੈਂਡਲ ਕਰ ਸਕਦੇ ਹਾਂ, ਠੀਕ ਹੈ। ਦੋ ਟੌਪਿਕ ਨੇ, ਅਪਾਚੇ ਪਿਗ ਤੇ ਇੱਕ ਹੁੰਦਾ ਮੈਪ ਰਿਡਿਊਸ। ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ, ਠੀਕ ਹੈ। ਜਿਹੜੀ ਅਪਾਚੇ ਪਿਗ ਹੈ ਉਹ ਕੀ ਇੱਕ ਸਕ੍ਰਿਪਟਿੰਗ ਲੈਂਗੁਏਜ ਹੈ, ਬਟ ਜਿਹੜੀ ਮੈਪ ਰਿਡਿਊਸ ਹੈ ਉਹ ਕੀ ਹੁੰਦੀ ਹੈ ਇੱਕ ਕੰਪਾਈਲਡ ਪ੍ਰੋਗਰਾਮਿੰਗ ਲੈਂਗੁਏਜ ਹੈ। ਅਪਾਚੇ ਪਿਗ ਹੈ ਅਬਸਟਰੈਕਸ਼ਨ ਹੈ ਹਾਇਰ ਲੈਵਲ ਦੀ, ਔਰ ਮੈਪ ਰਿਡਿਊਸ ਦੇ ਵਿੱਚ ਕੀ ਹੁੰਦਾ ਲੋਅਰ ਲੈਵਲ। ਆਪਾਂ ਲਾਸਟ ਟਾਈਮ ਵੀ ਪੜ੍ਹਿਆ ਸੀ ਨਾ ਮੈਪ ਰਿਡਿਊਸ, ਠੀਕ ਹੈ। ਅਪਾਚੇ ਪਿਗ ਕੀ ਹੈ, ਇਹਦੇ 'ਚ ਲੈਸ ਲਾਈਨਸ ਕੋਡ ਹੁੰਦੇ ਨੇ, ਮਤਲਬ ਕਿ ਕੋਡ ਬਹੁਤ ਛੋਟਾ ਹੁੰਦਾ, ਅਤੇ ਮੈਪ ਰਿਡਿਊਸ ਦੇ ਵਿੱਚ ਕੋਡ ਜਿਹੜੀਆਂ ਜ਼ਿਆਦਾ ਹੁੰਦਾ, ਠੀਕ ਹੈ। ਅਪਾਚੇ ਪਿਗ ਕੀ ਹੈ, ਇਹਦੇ 'ਚ ਆਪਾਂ ਨੂੰ ਥੋੜ੍ਹਾ ਵੀ ਘੱਟ ਐਫਰਟ ਕਰਨਾ ਪੈਂਦਾ, ਅਤੇ ਮੈਪ ਰਿਡਿਊਸ ਦੇ ਵਿੱਚ ਜ਼ਿਆਦਾ ਐਫਰਟਸ ਆਪਾਂ ਨੂੰ ਕਰਨੇ ਪੈਂਦੇ ਨੇ, ਮੋਰ ਐਫਰਟਸ, ਠੀਕ ਹੈ। ਅਪਾਚੇ ਪਿਗ ਦੇ ਵਿੱਚ ਕੀ ਹੁੰਦੀ ਹੈ, ਕੋਡ ਦੀ ਐਫੀਸ਼ੀਐਂਸੀ ਹੁੰਦੀ ਹੈ ਲੈਸ ਹੁੰਦੀ ਹੈ, ਬਟ ਮੈਪ ਰਿਡਿਊਸ ਦੇ ਵਿੱਚ ਕੋਡ ਦੀ ਐਫੀਸ਼ੀਐਂਸੀ ਕੀ ਹੁੰਦੀ ਹੈ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰਡ ਟੂ ਅਪਾਚੇ ਪਿਗ। ਐਪਲੀਕੇਸ਼ਨਸ ਕੀ ਨੇ ਅਪਾਚੇ ਪਿਗ ਦੀਆਂ, ਠੀਕ ਹੈ। ਜਦੋਂ ਆਪਾਂ ਲਾਰਜ ਡੇਟਾ ਸੈੱਟ ਨੂੰ ਮਤਲਬ ਕਿ ਹੈਂਡਲ ਕਰਨਾ ਹੋਵੇ ਤਾਂ ਆਪਾਂ ਕੀ ਕਰਦੇ ਹਾਂ, ਪਿਗ ਸਕ੍ਰਿਪਟਿੰਗ ਯੂਜ਼ ਕਰਦੇ ਹਾਂ, ਠੀਕ ਹੈ। ਇਹ ਆਪਾਂ ਨੂੰ ਸਪੋਰਟ ਪ੍ਰੋਵਾਈਡ ਕਰਾਉਂਦਾ ਜਦੋਂ ਆਪਾਂ ਲਾਰਜ ਡੇਟਾ ਸੈੱਟ ਨੂੰ ਐਡਹੌਕ ਕੁਐਰੀਜ਼ ਦੇ ਲਈ ਹੈਂਡਲ ਕਰਨਾ ਹੁੰਦਾ, ਠੀਕ ਹੈ। ਇਹ ਮਤਲਬ ਕਿ ਜਦੋਂ ਲਾਰਜ ਡੇਟਾ ਸੈਟਸ ਦੀ ਪ੍ਰੋਟੋਟਾਈਪਿੰਗ ਹੁੰਦੀ ਹੈ ਜਾਂ ਆਪਾਂ ਐਲਗੋਰਿਦਮਸ ਪ੍ਰੋਸੈਸ ਕਰਨੇ ਹੁੰਦੇ ਨੇ ਲਾਰਜ, ਤਾਂ ਉਦੋਂ ਆਪਾਂ ਅਪਾਚੇ ਪਿਗ ਨੂੰ ਯੂਜ਼ ਕਰਦੇ ਹਾਂ, ਠੀਕ ਹੈ। ਇਹਦੇ ਵਿੱਚ ਕੀ ਹੈ, ਇਹ 'ਚ ਸੈਂਸਿਟਿਵ ਡੇਟਾ ਲੋਡਸ ਨੇ ਜਿਹੜੇ ਉਹ ਪ੍ਰੋਸੈਸ ਹੁੰਦੇ ਨੇ, ਠੀਕ ਹੈ। ਲਾਰਜ ਅਮਾਊਂਟ ਆਫ ਡੇਟਾ ਸੈਟਸ ਨੂੰ ਜਦੋਂ ਕਲੈਕਟ ਕਰਨਾ ਹੋਵੇ ਵੀ ਫਾਰਮ ਆਫ ਲੌਗਸ ਅਤੇ ਵੈਬ ਕਰੋਲਸ ਦੇ ਉਹਦੇ ਵਿੱਚ ਫਾਰਮ ਦੇ ਵਿੱਚ, ਤਾਂ ਆਪਾਂ ਅਪਾਚੇ ਪਿਗ ਨੂੰ ਯੂਜ਼ ਕਰਦੇ ਹਾਂ, ਠੀਕ ਹੈ। ਇਹਦੇ ਮਤਲਬ ਕਿ 4 ਡੇਟਾ ਮੋਡਲਸ ਨੇ ਜਿਹੜੇ ਅਪਾਚੇ ਪਿਗ ਦੇ ਵਿੱਚ ਯੂਜ਼ ਹੁੰਦੇ ਨੇ, ਅਤੇ ਕਿਹੜੇ ਨੇ, ਇੱਕ ਹੈਗਾ ਐਟਮ, ਇੱਕ ਹੈਗਾ ਟੱਪਲ, ਇੱਕ ਹੈਗਾ ਬੈਗ, ਔਰ ਇੱਕ ਹੈਗਾ ਮੈਪ, ਠੀਕ ਹੈ। ਐਟਮ ਕੀ ਹੁੰਦਾ, it is atomic data value which is used to store as a string. The main use of this model is that it can be used as a number and as well as a string, ਠੀਕ ਹੈ। ਜਦੋਂ ਮਤਲਬ ਕਿ ਆਪਾਂ ਨੇ ਅਟੋਮਿਕ ਡੇਟਾ ਵੈਲਿਊਜ਼ ਨੂੰ ਯੂਜ਼ ਕਰਨਾ ਹੋਵੇ ਕਿਸੇ ਵੀ ਸਟਰਿੰਗ ਨੂੰ ਸਟੋਰ ਕਰਨ ਲਈ, ਤਾਂ ਆਪਾਂ ਉਦੋਂ ਐਟਮ ਦਾ ਯੂਜ਼ ਕਰਦੇ ਹਾਂ। ਇਹਦੇ ਵਿੱਚ ਕੀ ਹੁੰਦਾ, ਇਹਦੇ 'ਚ ਨੰਬਰ ਵੀ ਯੂਜ਼ ਹੁੰਦੇ ਨੇ ਔਰ ਐਜ਼ ਵੈਲ ਐਜ਼ ਸਟਰਿੰਗ ਵੀ ਯੂਜ਼ ਹੁੰਦੀ ਹੈ। ਔਰ ਇੱਕ ਹੁੰਦਾ ਟਪਲ। ਟਪਲ ਕੀ ਹੁੰਦਾ, ਇਹ ਟਪਲ ਦੇ ਵਿੱਚ ਕੀ ਹੈ, ਜਦੋਂ ਆਪਾਂ ਫੀਲਡਸ ਦੇ ਸੈੱਟ ਨੂੰ ਇੱਕ ਆਰਡਰ ਦੇ ਵਿੱਚ ਇਕੱਠਾ ਕਰ ਲੈਂਦੇ ਹਾਂ, ਠੀਕ ਹੈ, ਉਹਨੂੰ ਕਿਹਾ ਜਾਂਦਾ ਟਪਲ, ਠੀਕ ਹੈ। ਬੈਗ ਕੀ ਹੁੰਦੀ ਹੈ, ਟਪਲਸ ਦੀ ਕਲੈਕਸ਼ਨ। ਜਦੋਂ ਆਪਾਂ ਕਈ ਸਾਰੇ ਟਪਲਸ ਨੂੰ ਇੱਕ ਕਲੈਕਟ ਕਰ ਲੈਣੇ, ਕਲੈਕਸ਼ਨ ਬਣਾ ਲੈਣਾ, ਉਹਨੂੰ ਕਿਹਾ ਜਾਂਦਾ ਬੈਗ, ਠੀਕ ਹੈ। ਔਰ ਮੈਪ ਦੇ ਵਿੱਚ ਕੀ ਹੁੰਦੇ ਨੇ, ਸਾਰੇ ਦੇ ਸਾਰੀਆਂ ਕੀਜ਼ ਜਾਂ ਵੈਲਿਊਜ਼ ਦਾ ਪੇਅਰ ਬਣਾ ਕੇ ਇੱਕ ਸੈੱਟ ਬਣਾਇਆ ਹੁੰਦਾ, ਉਹਨੂੰ ਕਿਹਾ ਜਾਂਦਾ ਮੈਪ। ਨੈਕਸਟ ਟੌਪਿਕ ਹੈਗਾ ਨੋ ਸੀਕੁਅਲ, ਠੀਕ ਹੈ। ਨੋ ਸੀਕੁਅਲ ਕੀ ਹੁੰਦੀ ਹੈ, ਇਹ ਰੈਫਰ ਕਰਦੀ ਹੈ ਨੋਨ ਸੀਕੁਅਲ ਜਾਂ ਨੋਨ ਰਿਲੇਸ਼ਨਲ, ਠੀਕ ਹੈ। ਇਹ ਕੀ ਇੱਕ ਡੇਟਾਬੇਸ ਹੈ ਜਿਹੜਾ ਪ੍ਰੋਵਾਈਡ ਕਰਦਾ ਆਪਾਂ ਨੂੰ ਸਟੋਰੇਜ ਅਤੇ ਡੇਟੇ ਦੀ ਰਿਟਰੀਵਲ ਵਾਸਤੇ। ਡੇਟੇ ਨੂੰ ਸਟੋਰ ਕਰਨ ਲਈ ਜਾਂ ਉਹਦੀ ਰਿਟਰੀਵਲ ਕਰਨ ਲਈ ਆਪਾਂ ਜਿਹੜਾ ਡੇਟਾਬੇਸ ਯੂਜ਼ ਕਰਦੇ ਹਾਂ ਉਹਨੂੰ ਨੋਨ ਸੀਕੁਅਲ ਕਿਹਾ ਜਾਂਦਾ ਜਾਂ ਨੋ ਸੀਕੁਅਲ ਕਿਹਾ ਜਾਂਦਾ, ਠੀਕ ਹੈ। ਇਹ ਕੀ ਹੈ, ਇਹ ਡੇਟਾ ਮਾਡਲ, ਇਹਦੇ 'ਚ ਡੇਟਾ ਮਾਡਲ ਦਾ ਮਤਲਬ ਕੀ ਹੈ, ਠੀਕ ਹੈ ਵੀ ਇਹਦੇ 'ਚ ਟੈਬੂਲਰ ਰਿਲੇਸ਼ਨਸ ਯੂਜ਼ ਹੁੰਦੇ ਨੇ ਰਿਲੇਸ਼ਨਲ ਡੇਟਾਬੇਸਿਸ ਦੇ ਵਿੱਚ, ਠੀਕ ਹੈ। ਇਹ ਜਿਹੜੇ ਸੀ ਡੇਟਾਬੇਸਿਸ ਜ਼ਿਆਦਾਤਰ ਆਏ ਸੀ 1960 ਦੇ ਨੇੜੇ ਤੇੜੇ, ਠੀਕ ਹੈ। ਪਰ ਇਹਦੇ ਵਿੱਚ ਉਸ ਟਾਈਮ ਦੇ ਉੱਪਰ ਇਹ ਨੋ ਸੀਕੁਅਲ ਮੋਨੀਕਰ ਜਿਹੜੇ ਸੀ ਉਹਦੇ ਯੂਜ਼ ਨਹੀਂ ਸੀ ਹੁੰਦੇ ਜ਼ਿਆਦਾ। ਇਹ ਪੋਪੂਲਰ ਹੋਏ ਨੇ 21st ਸੈਂਚੁਰੀ ਦੇ ਵਿੱਚ, ਮਤਲਬ ਕਿ ਹੁਣ ਦੀ ਸੈਂਚੁਰੀ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਇਹ ਜ਼ਿਆਦਾ ਪੋਪੂਲਰ ਹੋਏ ਸੀ, ਠੀਕ ਹੈ। ਨੋ ਸੀਕੁਅਲ ਡੇਟਾਬੇਸਿਸ ਕਾਹਦੇ ਵਾਸਤੇ ਯੂਜ਼ ਹੁੰਦੇ ਨੇ, ਇਹ ਰੀਅਲ ਟਾਈਮ ਵੈਬ ਐਪਲੀਕੇਸ਼ਨਸ ਯੂਜ਼ ਹੁੰਦੇ ਨੇ ਜਾਂ ਬਿਗ ਡੇਟਾ ਦੇ ਲਈ ਯੂਜ਼ ਹੁੰਦੇ ਨੇ। ਐਂਡ ਦੇਅਰ ਯੂਜ਼ ਆਰ ਇਨਕਰੀਜ਼ਿੰਗ ਓਵਰ ਟਾਈਮ, ਠੀਕ ਹੈ। ਇਹਨਾਂ ਦਾ ਯੂਜ਼ ਹੈ ਜਿਹੜਾ ਉਹ ਦਿਨ ਬ ਦਿਨ ਵੱਧਦਾ ਜਾ ਰਿਹਾ। ਜਿਹੜਾ ਨੋ ਸੀਕੁਅਲ ਦਾ ਡਿਜ਼ਾਈਨ ਹੁੰਦਾ, ਡੇਟਾਬੇਸ ਦਾ ਡਿਜ਼ਾਈਨ ਹੁੰਦਾ, ਉਹ ਕੀ ਹੁੰਦਾ, ਸਿੰਪਲ ਡਿਜ਼ਾਈਨ ਹੁੰਦਾ, ਹੌਰੀਜੋਨਟਲ ਸਕੇਲਿੰਗ ਹੁੰਦੀ ਹੈ, ਜਿਹਨੂੰ ਸਮਝਣਾ ਕੀ ਹੁੰਦਾ, ਆਸਾਨ ਹੁੰਦਾ, ਠੀਕ ਹੈ। ਇਹਦੇ ਵਿੱਚ ਜਿਹੜੇ ਡੇਟਾ ਸਟਰਕਚਰਸ ਨੇ ਨੋ ਸੀਕੁਅਲ ਡੇਟਾਬੇਸਿਸ ਦੇ ਵਿੱਚ ਜਿਹੜੇ ਯੂਜ਼ ਹੁੰਦੇ ਨੇ ਡੇਟਾ ਸਟਰਕਚਰ, ਜੋ ਕੀ ਹੁੰਦੇ ਨੇ ਡਿਫਰੈਂਟ ਹੁੰਦੇ ਨੇ, ਜਿਹੜੇ ਮਤਲਬ ਕਿ ਰਿਲੇਸ਼ਨਲ ਡੇਟਾਬੇਸਿਸ ਆਪਾਂ ਨਾਰਮਲ ਯੂਜ਼ ਕਰਦੇ ਹਾਂ ਉਹਨਾਂ ਤੋਂ ਡਿਫਰੈਂਟ ਹੁੰਦੇ ਨੇ, ਅਤੇ ਇਹ ਕਈ ਜਿਹੜੇ ਇਹਦੇ 'ਚ ਆਪਰੇਸ਼ਨਸ ਨੇ ਉਹ ਜ਼ਿਆਦਾ ਫਾਸਟਰ ਹੁੰਦੇ ਨੇ, ਠੀਕ ਹੈ। The suitability of a given NoSQL database depends on the problem it should solve, ਠੀਕ ਹੈ। ਮਤਲਬ ਕਿ ਜਿਹੜੀ ਸਸਟੇਨੇਬਿਲਿਟੀ ਹੈ ਇਹ ਆਪਾਂ ਨੂੰ ਉਦੋਂ ਪਤਾ ਲੱਗਦਾ ਜਦੋਂ ਆਪਾਂ ਕਿਸੇ ਪ੍ਰੋਬਲਮ ਨੂੰ ਸੋਲਵ ਕਰਦੇ ਹਾਂ ਇਹਦੇ ਅੰਦਰ, ਠੀਕ ਹੈ। ਉਸ ਤੋਂ ਬਾਅਦ ਕੀ ਹੈ,
Many NoSQL stores compromise consistently in favor of availability, speed, and pattern tolerance. Varies to the greater adoption of NewSQL stores include the use of low-level query language, lack of standards. ठीक है, ਇਹਦੇ ਵਿੱਚ ਜ਼ਿਆਦਾਤਰ ਮਤਲਬ ਕਿ ਸਾਰੇ ਦਾ ਸਾਰਾ ਡੇਟਾਬੇਸ ਹੈ ਜਿਹੜਾ ਉਹ ਬਹੁਤ ਜ਼ਿਆਦਾ ਵਧੀਆ ਸਪੀਡ ਦੇ ਨਾਲ ਮਤਲਬ ਕਿ ਆਸਾਨੀ ਨਾਲ ਤੇ ਵਧੀਆ ਤਰੀਕੇ ਨਾਲ ਉਹ ਜਿਹੜਾ ਹੈਂਡਲ ਕੀਤਾ ਜਾਂਦਾ। ਠੀਕ ਹੈ, ਇਹਦੇ ਵਿੱਚ ਜ਼ਿਆਦਾਤਰ ਜਿਹੜੇ ਯੂਜ਼ ਹੁੰਦੇ ਨੇ ਉਹ ਕਿਹੜੇ ਕਿਹੜੇ ਨੇ? ਐਸਿਡ, atomicity, consistency, isolation, durability, transactions, but a few databases such as Mark Logic, Aerospike, Faircom, C3AC, Google Spanner, ठीक है, Siemens, LMDB and Orient DB have made the central of their designs। ठीक है, सारे ਜਿਹੜੇ ਨੇ ਕਿ यूज़ ਹੁੰਦੇ ਨੇ ਮੈਥਡ ਇਹਦੇ ਵਿੱਚ। ठीक है, ਕਹਿੰਦੇ most NoSQL databases offer a concept of eventual consistency in which databases changes are propagated all the nodes of queries data might be returned। ठीक है, ਇਹਦੇ ਵਿੱਚ ਜ਼ਿਆਦਾਤਰ ਜਿਹੜੀਆਂ ਡਿਸਟ੍ਰੀਬਿਊਟਡ ਟ੍ਰਾਂਜੈਕਸ਼ਨ ਪ੍ਰੋਸੈਸਿੰਗ ਹੁੰਦੀਆਂ ਨੇ। ਠੀਕ ਹੈ, ਵੀ ਜ਼ਿਆਦਾ ਜਿਹੜਾ ਬਿਗ ਡੇਟਾ ਹੁੰਦਾ ਉਹਨੂੰ ਜਦੋਂ ਆਪਾਂ ਹੈਂਡਲ ਕਰਦੇ ਹਾਂ ਕਿਸੇ ਵੀ ਡੇਟਾਬੇਸ ਦੇ ਨਾਲ, ਉਹ ਹੈਂਡਲ ਹੁੰਦਾ NoSQL ਦੇ ਨਾਲ। ਹੁਣ ਇਹ NoSQL ਦੀਆਂ ਐਡਵਾਂਟੇਜਸ ਵੀ ਹੁੰਦੀਆਂ ਨੇ ਔਰ ਡਿਸਐਡਵਾਂਟੇਜਸ ਵੀ ਹੈਗੀਆਂ ਨੇ। ਪਹਿਲਾਂ ਆਪਾਂ ਐਡਵਾਂਟੇਜਸ ਪੜ੍ਹ ਲਈਏ ਕਿ ਇਹਦੇ ਹਾਈ ਸਕੇਲੇਬਿਲਿਟੀ। ਠੀਕ ਹੈ, ਹਾਈ ਸਕੇਲੇਬਿਲਿਟੀ ਦਾ ਮਤਲਬ ਕਿ ਇਹਦੇ 'ਚ ਹੌਰੀਜੋਨਟਲ ਸਕੇਲਿੰਗ ਯੂਜ਼ ਹੁੰਦੀ ਹੈ। ਠੀਕ ਹੈ, ਡੇਟਾ ਕਿ ਅਤੇ ਜਿਹੜਾ ਮਤਲਬ ਕਿ ਡੇਟਾ ਹੁੰਦਾ ਇਹਦੇ 'ਚ ਉਹਨੂੰ ਅਲੱਗ-ਅਲੱਗ ਜਿਹੜੀਆਂ ਮਸ਼ੀਨਸ ਹੁੰਦੀਆਂ ਉਹਨਾਂ ਦੇ ਉੱਪਰ ਐਵੇਂ ਦੇ ਤਰੀਕੇ ਨਾਲ ਉਹਨਾਂ ਦੀ ਸਕੇਲਿੰਗ ਕੀਤੀ ਜਾਂਦੀ ਹੈ, ਐਵੇਂ ਦੇ ਤਰੀਕੇ ਦੇ ਨਾਲ ਉਹਨੂੰ ਪ੍ਰੀਜ਼ਰਵ ਕੀਤਾ ਜਾਂਦਾ ਕਿ ਜਿਹਦੇ ਨਾਲ ਉਹ ਆਸਾਨੀ ਨਾਲ ਸਮਝ ਆ ਜਾਂਦਾ ਅਤੇ ਜਲਦੀ ਜਿਹੜੀ ਪ੍ਰੋਬਲਮ ਹੈ ਉਹ ਹੈਂਡਲ ਹੋ ਜਾਂਦੀ ਹੈ। ਠੀਕ ਹੈ, ਵੀ ਹੌਰੀਜੋਨਟਲ ਦੇ ਮੁਕਾਬਲੇ ਜਿਹੜੀ ਵਰਟੀਕਲ ਮਤਲਬ ਕਿ ਸਕੇਲਿੰਗ ਹੁੰਦੀ ਉਹ ਜ਼ਿਆਦਾ ਵਧੀਆ ਨਹੀਂ ਹੁੰਦੀ। ਇਸ ਲਈ ਜਿਹੜੀ ਹੌਰੀਜੋਨਟਲ ਸਕੇਲਿੰਗ ਹੈ ਉਹ ਤੋਂ ਜ਼ਿਆਦਾ ਆਸਾਨੀ ਨਾਲ ਜਿਹੜੀਆਂ ਡਿਫਰੈਂਟ ਮਸ਼ੀਨਸ ਨੇ ਉਹ ਐਡ ਹੋ ਜਾਂਦੀਆਂ ਨੇ ਡੇਟਾ ਹੈਂਡਲ ਕਰਨ ਲਈ। ਠੀਕ ਹੈ, ਔਰ ਦੂਜੀ ਐਡਵਾਂਟੇਜਸ ਹੈਗੀ ਹੈ ਹਾਈ ਅਵੇਲੇਬਿਲਿਟੀ। ਠੀਕ ਹੈ, ਹਾਈ ਅਵੇਲੇਬਿਲਿਟੀ ਦਾ ਮਤਲਬ ਕੀ ਹੈ? ਇਹਦੇ 'ਚ ਮਤਲਬ ਕਿ ਹਾਈਲੀ ਅਵੇਲੇਬਲ ਹੁੰਦੇ ਨੇ ਡੇਟਾਬੇਸਿਸ ਜਾਂ ਐਪਲੀਕੇਸ਼ਨਸ ਜਿਹੜੀਆਂ ਨੇ ਆਸਾਨੀ ਨਾਲ ਯੂਜ਼ ਹੁੰਦੇ ਨੇ, ਜਿਹੜੀਆਂ ਡੇਟਾ ਨੂੰ ਫੇਲੀਅਰ ਨਹੀਂ ਹੋਣ ਦਿੰਦੀਆਂ। ਠੀਕ ਹੈ, ਵੀ ਉਹ ਹਰ ਡੇਟਾਬੇਸ ਨੂੰ ਆਸਾਨੀ ਨਾਲ ਉਹ ਜੋੜ ਕੇ ਰੱਖਦੀਆਂ ਨੇ। ਡਿਸਐਡਵਾਂਟੇਜਸ ਕੀ ਨੇ? ਨੈਰੋ ਫੋਕਸ। ਠੀਕ ਹੈ, ਮਤਲਬ ਕਿ ਇਹਦੇ 'ਚ ਕੀ ਹੈ? ਮੇਨਲੀ ਜਿਹੜਾ ਡਿਜ਼ਾਈਨ ਹੁੰਦਾ ਉਹ ਸਟੋਰੇਜ ਵਾਸਤੇ ਹੁੰਦਾ। ਠੀਕ ਹੈ, ਉਹਦੇ 'ਚ ਜਿਹੜੀ ਫੰਕਸ਼ਨੈਲਿਟੀ ਹੁੰਦੀ ਹੈ ਥੋੜ੍ਹੀ ਜਿਹੀ ਘੱਟ ਹੁੰਦੀ ਹੈ, ਮਤਲਬ ਕਿ ਫੋਕਸ ਹੈ ਜਿਹੜਾ ਘੱਟ ਕੀਤਾ ਜਾਂਦਾ, ਫੰਕਸ਼ਨੈਲਿਟੀ ਵੱਲ ਸਟੋਰੇਜ ਵੱਲ ਜ਼ਿਆਦਾ ਕੀਤਾ ਜਾਂਦਾ। ਇਹ ਓਪਨ ਸੋਰਸ ਡੇਟਾਬੇਸ ਹੈ। ਠੀਕ ਹੈ, ਇਹਦੇ 'ਚ ਮਤਲਬ ਕਿ ਕੋਈ ਵੀ ਰਿਲਾਇਬਲ ਸਟੈਂਡਰਡਸ ਨੇ ਜਿਹੜੇ ਉਹ ਯੂਜ਼ ਨਹੀਂ ਕੀਤੇ ਜਾਂਦੇ ਫਿਲਹਾਲ। ਠੀਕ ਹੈ, ਮੈਨੇਜਮੈਂਟ ਚੈਲੰਜ। ਠੀਕ ਹੈ, ਜਿਹੜੀਆਂ ਬਿਗ ਡੇਟਾ ਵਾਸਤੇ ਜਿਹੜਾ ਲਾਰਜ ਅਮਾਊਂਟ ਆਫ ਡੇਟਾ ਹੁੰਦਾ, ਠੀਕ ਹੈ, ਉਹਨੂੰ ਕੀ ਕੀਤਾ ਆਸਾਨੀ ਨਾਲ ਆਪਾਂ ਵੀ ਥੋੜ੍ਹਾ ਜਿਹਾ ਵੀ ਰਿਲੇਸ਼ਨਲ ਡੇਟਾਬੇਸ ਦੇ ਵਿੱਚ ਆਸਾਨ ਹੁੰਦਾ ਡੇਟੇ ਨੂੰ ਮੈਨੇਜ ਕਰਨਾ, ਬਿਗ ਡੇਟੇ ਨੂੰ, ਬਟ ਇਹਦੇ 'ਚ ਥੋੜ੍ਹਾ ਜਿਹਾ ਕੰਪਲੈਕਸ ਹੁੰਦਾ। ਠੀਕ ਹੈ, ਮੈਨੇਜਮੈਂਟ ਚੈਲੰਜ ਵੀ ਇਹਦੇ 'ਚ ਆ ਜਾਂਦਾ। ਠੀਕ ਹੈ, ਇਹਦੇ 'ਚ GUI ਜਿਹੜਾ ਮੋਡ ਹੈ ਉਹ ਮਤਲਬ ਕਿ ਜਿਹੜਾ ਯੂਜ਼ ਨਹੀਂ ਹੁੰਦਾ। ਠੀਕ ਹੈ, ਜਿਹੜਾ ਮਾਰਕੀਟ 'ਚ ਜ਼ਿਆਦਾ ਚੱਲਦਾ ਉਹ ਇਹਦੇ 'ਚ ਯੂਜ਼ ਨਹੀਂ ਹੁੰਦਾ। ਬੈਕਅਪ ਕੀ ਹੈ? ਇਹਦੇ 'ਚ ਬੈਕਅਪ ਬਹੁਤ ਘੱਟ ਬਣਾਇਆ ਜਾਂਦਾ। ਠੀਕ ਹੈ, ਵੀ ਘੱਟ ਬਣਦਾ, ਤਾਂ ਕਰਕੇ ਕੀ ਇਹਦਾ ਵੀਕ ਪੁਆਇੰਟ ਆ ਵੀ ਇਹਦੇ 'ਚ ਬੈਕਅਪ ਨਹੀਂ ਬਣਦਾ। ਇਹਦੇ 'ਚ ਜਿਹੜੇ ਡਾਕੂਮੈਂਟ ਦਾ ਸਾਈਜ਼ ਹੁੰਦਾ ਉਹ ਵੀ ਕੀ ਹੁੰਦਾ? ਲਾਰਜ ਹੁੰਦਾ। ਠੀਕ ਹੈ, ਲਾਰਜ ਡਾਕੂਮੈਂਟ ਦਾ ਸਾਈਜ਼ ਹੁੰਦਾ। ਅਤੇ ਉਸ ਤੋਂ ਬਾਅਦ ਕੀ ਹੈ? ਟਾਈਪਸ ਕਿਹੜੀਆਂ ਇਹਦੀਆਂ? ਠੀਕ ਹੈ, ਇਹਦੀਆਂ ਟਾਈਪਸ ਦੇ ਨਾਮ ਹੈਗੇ ਨੇ MongoDB falls in the category of NoSQL document database based database। ठीक है, MongoDB की वैल्यू स्टोर, टैबुलर, डॉक्यूमेंट बेस्ड। ठीक है, ये दियाँ टाइप्स ने, 4 टाइप्स ने। ठीक है, 4 टाइप्स दी अगे टाइप्स दित्तियां हुई ने, तुसी रीड कर सकते हो। ठीक है, तो कहते ये कदों यूज़ होंगे NoSQL जो डेटाबेस है, कदों यूज़ होंगे जदों वैन ह्यूज अमाउंट ऑफ डेटा नीड टू बी स्टोर्ड एंड रिट्रीव। जो अपने को ह्यूज अमाउंट ऑफ डेटा होवे उन्होंने आप स्टोर करना, रिट्रीव करना, उदों आप यूज़ करते हैं NoSQL। ठीक है, जो डेटा नू स्टोर करना होवे उहदी रिलेशनशिप बनानी होवे स्टोर करने लई, तो उदों मतलब कि यूज़ होंदा डेटा चेंजिंग ओवर टाइम एंड इट इज़ नॉट स्ट्रक्चर्ड। ठीक है, जो डेटा हो जो भी ਉਹਦਾ टाइम है जो डेटे का वो भी चेंज होंदा रहे डेटा टाइम टू टाइम, तो वो चेंज होंदा रहे डेटा टाइम टू टाइम, तो वो स्ट्रक्चर ना हो, एक स्ट्रक्चर ना बने, अनस्ट्रक्चर्ड हो, तो उदों NoSQL यूज़ करते उन्होंने स्ट्रक्चर बनाने लई। ठीक है, कंस्ट्रेंट ते जॉइन्स नू डेटाबेस लैवल दे विच की करना सपोर्ट करने वास्ते आप यूज़ करते हैं NoSQL। ठीक है, जो मतलब कि डेटा हो टाइम टू टाइम वाधदा जा रहा हो कंटीन्यूसली,
ਗਰੋ ਹੁੰਦਾ ਜਾ ਰਿਹਾ ਹੋਵੇ ਤਾਂ ਉਹਨੂੰ ਹੈਂਡਲ ਕਰਨਾ ਕੀ ਹੁੰਦਾ, ਔਖਾ ਹੁੰਦਾ। ਸੋ ਜਿਹੜਾ NoSQL ਡੇਟਾਬੇਸ ਸਾਨੂੰ ਹੈਂਡਲ ਕਰਨ ਲਈ ਯੂਜ਼ ਹੁੰਦਾ। ਇਹ ਸੀ ਆਪਣੇ ਅੱਜ ਦੇ ਟੌਪਿਕ NoSQL ਐਂਡ ਅਪਾਚੇ ਪਿਗ। ਸੋ ਥੈਂਕ ਯੂ ਐਵਰੀਵਨ।